गावहो सिख सतगुरु के प्यारे हो। गावहो सच्ची बाणी, बाणी ता गावहो गुरु केरी। बाणिया सिर बाणी, जिनको नदर कर्म होवै, हिरदै तिना समाणी। पीवहो अमृत, सदा रहो हर रंग। जपिहो सारंग पाणी, कहै नानक सदा गावो। एहो सच्ची बाणी, बाणी गुरु गुरु है बाणी। बिच बाणी अमृत सारे, गुरबाणी कहै सेवक जन मानै। पर तख गुरु निस्तारे, सतनाम वाहिगुरु साहिब जी। राग गौड़ी महला तीजा चौपदे। इक ओंकार सतगुर प्रसाद, गौड़ी गुआरेरी। गुर मिलिया हर मेला होई, आपे मेल मिलावै सोई। गुर मिलिया हर मेला होई, आपे मेल मिलावै सोई। मेरा प्रभ साब विद आपे जानै, हुक्मे मेले शब्द पछाणै। सतगुर भै भाए, भ्रम भौ जाए। भै राचै सच रंग समाए। रहाओ गुर मिलिया हर मन बसै सुभाए। मेरा प्रभ भारा कीमत नहीं पाए। शब्द सलाहै अंत न पारावार, मेरा प्रभ बख्शे बख्शनहार। गुर मिलिया सब मत बुद्ध होए, मन निर्मल वसै सच सोए। साच बसै साची सब कार, ऊतम करणी शब्द विचार। गुर ते साची सेवा होए, गुरमुख नाम पछाणै कोय। जीवै दाता देवनहार, नानक हर नामे लगै प्यार। जीवै दाता देवनहार, नानक हर नामे लगै प्यार। वाहिगुरु जी का खालसा, वाहिगुरु जी की फतेह। जुगो जुग अटल, चवर तख्त दे मालक, दो जहान दे वाली, लोक परलोक दे राखे। जाहरा जहूर हाजरा हजूर, सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हैं। आओ अमृत वेले की संभाल करते हुए धन धन साहिब श्री गुरु ग्रंथ साहिब महाराज जी की पवित्र हजूरी के अंदर हाजरियां भरते हुए मन बिरतियां नूं एकागर करते हुए गुरु ग्रंथ साहिब महाराज जी के दर्शन दीदारे करते हुए गुरु की बाणी बाणी की विचार श्रवण करते हुए कि काफ़ी समय तो लैके गुरु ग्रंथ साहिब महाराज जी की लड़ीवार विचार प्रारंभ है। गौड़ी राग दे अंदर तीजे पातशाह
ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ 157 ਅੰਗ 'ਤੇ। ਆਓ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ ਕਿ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ ਹਨ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦਿਆਂ ਹੋਇਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਰਾਗ ਗੌੜੀ ਮਹੱਲਾ ਤੀਜਾ, ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ। ਕਿ ਰਾਗ ਗੌੜੀ ਦੇ ਵਿੱਚ ਮਹੱਲਾ ਤੀਜਾ, ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਚੌਪ ਦੇ 4 ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੌੜੀ ਗੁਆਰੇਰੀ, ਤੇ ਗੌੜੀ ਗੁਆਰੇਰੀ ਦੀ ਜਿਹੜੀ ਜਾਤੀ ਹੈ ਉਸ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ ਕਿ ਭਾਈ ਪਾਰੋ ਵਰਗੇ ਆਦਿਕ ਉੱਤਮ ਅਧਿਕਾਰੀ ਗੁਰਸਿੱਖਾਂ ਨੇ ਸਤਿਗੁਰਾਂ ਪਾਸ ਪ੍ਰਸ਼ਨ ਕੀਤਾ। ਜਦ ਇਹ ਸ਼ਬਦ ਉਚਾਰਨ ਕੀਤਾ ਮਹਾਰਾਜ ਤੀਜੇ ਪਾਤਸ਼ਾਹ ਨੇ ਕਿ ਭਾਈ ਪਾਰੋ ਵਰਗੇ ਆਦਿ ਉੱਤਮ ਅਧਿਕਾਰੀ ਸਿੱਖਾਂ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਾਸ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਅਕਾਲ ਪੁਰਖ ਨਾਲ ਕਿਵੇਂ ਮਿਲੀਦਾ ਹੈ। ਤਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਉੱਤਰ ਦੇ ਵਿੱਚ ਕਥਨ ਕਰਦੇ ਹਨ ਕਿ ਅਕਾਲ ਪੁਰਖ ਨਾਲ ਕਿਵੇਂ ਮਿਲੀਦਾ ਹੈ। ਅਕਾਲ ਪੁਰਖ ਨਾਲ ਮਿਲਣ ਦੀ ਵਿਧੀ ਦੱਸਦੇ ਹਨ ਮਹਾਰਾਜ ਜੀ। ਗੁਰ ਮਿਲਿਆ ਹਰ ਵੇਲਾ ਹੋਈ। ਕਹਿਣ ਲੱਗੇ, ਹੇ ਭਾਈ ਸਿੱਖੋ ਸਤਿਗੁਰਾਂ ਦੇ ਨਾਲ, ਸਤਿਗੁਰਾਂ ਦੇ ਮਿਲਣ ਤੋਂ ਹੀ ਹਰ ਮੇਲਾ ਹੋਈ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਗੁਰ ਮਿਲਿਆ ਹਰ ਮੇਲਾ ਹੋਈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਸਤਿਗੁਰਾਂ ਦੇ ਮਿਲਣੇ ਤੋਂ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਕਿ ਪਹਿਲਾਂ ਗੁਰੂ ਦੀ ਪ੍ਰਾਪਤੀ ਕਰਨੀ ਪੈਂਦੀ ਹੈ, ਗੁਰੂ ਧਾਰਨ ਕਰਨਾ ਪੈਂਦਾ ਹੈ। ਗੁਰੂ ਹੀ ਪਰਮੇਸ਼ਰ ਦੇ ਨਾਲ ਮਿਲਾਉਣ ਵਾਲੇ ਹਨ। ਗੁਰੂ ਧਾਰਨ ਕਰਕੇ ਗੁਰੂ ਹੀ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਵਾਲੇ ਹਨ। ਹਰ ਦਰਗਹਿ ਕਾ ਬਸੀਠ, ਜੋ ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਹਰੀ ਨੂੰ ਮਿਲਾਉਣ ਵਾਲਾ ਵਿਚੋਲਾ, ਬਸੀਠ ਵਿਚੋਲਾ ਉਹ ਗੁਰੂ ਹੈ। ਗੁਰੂ ਹੀ ਪਰਮੇਸ਼ਰ ਦੇ ਨਾਲ ਮਿਲਾਉਣ ਵਾਲਾ ਹੈ। ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏਦਾ। ਫਿਰ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਵਸਾ ਦਿੰਦਾ ਹੈ। ਕੱਟੇ ਹਉਮੈ ਰੋਗ, ਫਿਰ ਇਹ ਹੰਕਾਰ ਹੈ ਜਿਹੜਾ ਇਸ ਦੇ ਰੋਗ ਕੱਟੇ ਜਾਂਦੇ ਹਨ। ਤਾਂ ਕਰਕੇ ਇਹ ਜੀਵ ਪਰਮੇਸ਼ਰ ਨਾਲ ਮਿਲ ਜਾਂਦਾ ਹੈ। ਆਪੇ ਮੇਲ ਮਿਲਾਵੈ ਸੋਈ, ਕਿ ਆਪੇ ਆਪ ਹੀ ਉਹ ਪਰਮੇਸ਼ਰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਉਂਦਾ ਹੈ। ਜਦੋਂ ਸਤਿਗੁਰਾਂ ਨੂੰ ਮਿਲ ਪੈਂਦਾ ਹੈ ਇਹ ਜੀਵ, ਗੁਰਾਂ ਨਾਲ ਮਿਲਾਪ ਹੋ ਜਾਂਦਾ ਜੀਵ ਦਾ। ਜੈਸੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਿ ਸਾਰੇ ਸਿੱਖਾਂ ਨੂੰ ਉਪਦੇਸ਼ ਹੈ। ਗੁਰੂ ਕਿਹਨੂੰ ਮੰਨਣਾ? ਗੁਰੂ ਗ੍ਰੰਥ ਸਾਹਿਬ ਜੀ ਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਪਰਮੇਸ਼ਰ ਨਾਲ ਮਿਲਾਉਣ ਦੀ ਗੁਰਬਾਣੀ ਦੁਆਰਾ ਵਿਧੀ ਦੱਸਦੇ ਹਨ। ਤੇ ਜਦੋਂ ਵਿਧੀ ਦੱਸ ਦਿੰਦੇ ਹਨ, ਵਿਧੀ ਮੁਤਾਬਕ ਗੁਰਬਾਣੀ ਦੇ ਉਪਦੇਸ਼ ਮੁਤਾਬਕ ਇਹ ਜੀਵਨ ਜਿਉਣ ਲੱਗ ਜਾਂਦਾ ਹੈ। ਜਿਹੜੇ ਕੰਮ ਤੋਂ ਬਾਣੀ ਰੋਕਦੀ ਹੈ ਉਸ ਤੋਂ ਰੁਕ ਜਾਵੇ।
ਤੇ ਜਿਹੜੇ ਕੰਮ ਕਰਨ ਨੂੰ ਕਹਿੰਦੀ ਹੈ, ਕਮਾਈ ਕਰਨ ਨੂੰ ਕਹਿੰਦੀ ਹੈ ਬਾਣੀ, ਉਹ ਕਮਾਈ ਕਰਨ ਲੱਗ ਜਾ, ਫਿਰ ਪਰਮੇਸ਼ਰ ਦੇ ਨਾਲ ਮੇਲ ਹੋ ਜਾਂਦਾ ਹੈ। ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ। ਕਿ ਹੇ ਭਾਈ, ਸਤਿਗੁਰਾਂ ਦੇ ਮਿਲਣੇ ਤੋਂ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਆਪੇ ਮੇਲ ਮਿਲਾਵੈ ਸੋਈ, ਆਪੇ ਆਪ ਹੀ ਸੋਈ ਉਹ ਪਰਮੇਸ਼ਰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਉਂਦਾ ਹੈ। ਜਿਨ੍ਹਾਂ 'ਤੇ ਆਪ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮ ਕਰਨੇ ਕਰਕੇ ਗੁਰਾਂ ਦੇ ਮੇਲ ਵਿੱਚ ਮਿਲਾਉਂਦਾ ਹੈ। ਜੋ ਗੁਰਾਂ ਦੇ ਮੇਲ ਵਿੱਚ ਮਿਲਦੇ ਹਨ, ਉਹਨਾਂ ਨੂੰ ਨਾਮ ਦੇ ਮੇਲ ਵਿੱਚ ਮਿਲਾਉਂਦਾ ਹੈ। ਜਿਹੜੇ ਨਾਮ ਦੇ ਮੇਲ ਵਿੱਚ ਮਿਲਦੇ ਹਨ, ਉਹਨਾਂ ਨੂੰ ਖੁਦ ਪਰਮੇਸ਼ਰ ਆਪਣੇ ਵਿੱਚ ਮਿਲਾ ਲੈਂਦਾ ਹੈ। ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਉਹ ਜੀਵ ਪਰਮੇਸ਼ਰ ਦੇ ਵਿੱਚ ਇਸ ਤਰ੍ਹਾਂ ਮਿਲ ਜਾਂਦਾ ਹੈ ਕਿ ਆਪੇ ਮੇਲ ਮਿਲਾਵੈ ਸੋਈ। ਕਿ ਜਿਨ੍ਹਾਂ ਤੇ ਉਹ ਪਰਮੇਸ਼ਰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਉਂਦਾ ਹੈ, ਤੇ ਜਿਨ੍ਹਾਂ ਤੇ ਆਪ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹਨਾਂ ਨੂੰ ਸਰੂਪ ਦੀ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮ ਕਰਕੇ ਗੁਰਾਂ ਦੇ ਮੇਲ ਵਿੱਚ ਮਿਲਾਉਂਦਾ ਹੈ। ਜੋ ਗੁਰਾਂ ਦੇ ਮੇਲ ਵਿੱਚ ਮਿਲਦੇ ਹਨ, ਗੁਰੂ ਧਾਰਨ ਕਰਦੇ ਹਨ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹਨ ਤੇ ਬਾਣੀ 'ਤੇ ਚੱਲਦੇ ਹਨ, ਉਹਨਾਂ ਨੂੰ ਨਾਮ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਫਿਰ ਉਹਨਾਂ ਦੇ ਹਿਰਦੇ ਵਿੱਚ ਨਾਮ ਨੂੰ ਵਸਾ ਦਿੰਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਜਿਹੜੇ ਨਾਮ ਦੇ ਮੇਲ ਵਿੱਚ ਮਿਲਦੇ ਹਨ, ਉਹਨਾਂ ਨੂੰ ਖੁਦ ਪਰਮੇਸ਼ਰ ਆਪਣੇ ਵਿੱਚ ਮਿਲਾ ਲੈਂਦਾ ਹੈ। ਇਹ ਤਰੀਕਾ ਹੈ ਪਰਮੇਸ਼ਰ ਦੇ ਨਾਲ ਮਿਲਣ ਦਾ। ਮੇਰਾ ਪ੍ਰਭ ਸਾਭ ਵਿਦ ਆਪੇ ਜਾਣੈ। ਮਹਾਰਾਜ ਜੀ ਕਹਿਣ ਲੱਗੇ, ਮੇਰਾ ਪ੍ਰਭ, ਮੇਰਾ ਅਕਾਲ ਪੁਰਖ ਸਮਰੱਥ ਗੁਰਾਂ ਨਾਲ ਮੇਲਣ, ਨਿਸ਼ਕਾਮ ਕਰਮਾਂ, ਨਾਮ ਦੀ ਦਾਤ ਆਪਣੇ ਨਾਲ ਮੇਲਣ ਦੀਆਂ ਸਾਰੀਆਂ ਵਿਧੀਆਂ, ਸਾਰੀਆਂ ਜੁਗਤੀਆਂ ਆਪ ਹੀ ਜਾਣਦਾ ਹੈ। ਉਹੀ ਹੈ ਕਰੇ ਕਰਾਏ ਆਪੇ ਆਪ, ਮਾਨਸ ਕੇ ਕਿਸ ਨਾਹੀ ਹਾਥ। ਮੇਰਾ ਪ੍ਰਭ ਸਾਭ ਵਿਦ ਆਪੇ ਜਾਣੈ। ਕਿ ਮੇਰਾ ਅਕਾਲ ਪੁਰਖ ਸਮਰੱਥ ਗੁਰਾਂ ਨਾਲ ਮੇਲਣਾ, ਨਿਸ਼ਕਾਮ ਕਰਮਾਂ ਨਾਲ ਹੀ ਦਾਤ ਆਪਣੇ ਨਾਲ ਮੇਲਣ ਦੀਆਂ ਆਦਿ ਸਾਰੀਆਂ ਵਿਧੀਆਂ, ਸਾਰੀਆਂ ਜੁਗਤੀਆਂ ਆਪ ਹੀ ਜਾਣਦਾ ਹੈ। ਹੁਕਮੇ ਮੇਲੇ ਸ਼ਬਦ ਪਛਾਣੈ। ਜਿਹੜਾ ਸਿੱਖ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਦੀ ਪਛਾਣ ਕਰਦਾ ਹੈ, ਉਸ ਨੂੰ ਵਾਹਿਗੁਰੂ ਮੇਲ ਲੈਂਦਾ ਹੈ। ਹੁਕਮੇ ਮੇਲੇ ਸ਼ਬਦ ਪਛਾਣੈ। ਜਿਹੜਾ ਸਿੱਖ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਦਰਗਹਿ ਕਾ ਮਹਿਲ ਪਾਏ ਸੀ। ਜਦੋਂ ਇਹ ਹੁਕਮ ਮੰਨ ਕੇ ਗੁਰਾਂ ਦੇ ਉਪਦੇਸ਼ ਦੀ ਪਛਾਣ ਕਰਦਾ ਹੈ, ਗੁਰੂ ਦੀ ਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਮਨ ਦੇ ਤੇ ਸਰੀਰ 'ਤੇ ਹੰਢਾਉਂਦਾ ਹੈ, ਤੇ ਉਸ ਸਿੱਖ ਨੂੰ ਵਾਹਿਗੁਰੂ ਮੇਲ ਲੈਂਦਾ ਹੈ ਆਪਣੇ ਵਿੱਚ। ਸਤਿਗੁਰ ਕੈ ਭੈ ਭ੍ਰਮ ਭਉ ਜਾਏ। ਸਤਿਗੁਰਾਂ ਦੇ ਭੈ ਡਰ ਵਿੱਚ ਰਹਿਣ ਕਰਕੇ ਸਰੂਪ ਦਾ ਭਰਮ, ਜੰਮਣ ਮਰਨ ਦਾ ਭਉ ਡਰ ਚਲਿਆ ਜਾਂਦਾ ਹੈ। ਸਤਿਗੁਰ ਕੈ ਭੈ, ਕਿ ਜਿਹੜਾ ਗੁਰਸਿੱਖ ਗੁਰੂ ਦੇ ਭੈ ਵਿੱਚ ਰਹਿਣ ਕਰਕੇ ਸਰੂਪ ਦਾ ਭਰਮ, ਜੰਮਣ ਮਰਨ ਦਾ ਡਰ ਚਲਿਆ ਜਾਂਦਾ ਹੈ। ਪਰ ਭੈ ਰਾਚੈ ਸੱਚ ਰੰਗ ਸਮਾਇ ਰਹਾਉ। ਜਿਹੜਾ ਗੁਰੂ ਸਾਹਿਬ ਦੇ ਭੈ ਅਤੇ ਅਦਬ ਵਿੱਚ ਰਾਚੈ, ਰਚਦਾ ਹੈ, ਜਿਹੜਾ ਸਿੱਖ ਗੁਰੂ ਸਾਹਿਬ ਜੀ ਦੇ ਭੈ ਵਿੱਚ, ਡਰ ਦੇ ਵਿੱਚ ਅਤੇ ਗੁਰੂ ਦੇ ਆਦਬ ਵਿੱਚ ਰਚਦਾ ਹੈ, ਸੱਚ ਰੰਗ ਸਮਾਏ, ਉਹ ਸੱਚੇ ਪਰਮੇਸ਼ਰ ਦੇ ਰੰਗ ਆਨੰਦ ਦੇ ਵਿੱਚ ਸਮਾ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਉਚਾਰਨ ਕਰਦੇ ਹਨ, ਗੁਰ ਮਿਲਿਆ ਹਰ ਮਨ ਬਸੈ ਸੁਭਾਏ।
ਗੁਰ ਮਿਲਿਆ ਹਰ ਮਨ ਬਸੈ ਸੁਭਾਏ। ਸਤਿਗੁਰਾਂ ਦੇ ਮਿਲਣੇ ਕਰਕੇ, ਪੂਰਨ ਗੁਰਾਂ ਦੇ ਮਿਲਣੇ ਕਰਕੇ ਹਰੀ ਦਾ ਨਾਮ ਮਨ ਵਿੱਚ ਸੁਭਾਵਕ ਹੀ ਆਵਸਦਾ ਹੈ। ਗੁਰ ਮਿਲਿਆ ਹਰ ਮਨ ਬਸੈ ਸੁਭਾਏ। ਸਤਿਗੁਰਾਂ ਦੇ ਮਿਲਣੇ ਕਰਕੇ, ਪੂਰਨ ਗੁਰੂ ਨੂੰ ਮਿਲਣ ਕਰਕੇ ਹਰੀ ਦਾ ਨਾਮ ਮਨ ਵਿੱਚ ਸੁਭਾਵਕ ਹੀ ਆ ਵਸਦਾ ਹੈ। ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਮੇਰਾ ਪ੍ਰਭੂ ਮੇਰਾ ਵਾਹਿਗੁਰੂ ਅਤਿਅੰਤ ਭਾਰਾ, ਅਤਿਅੰਤ ਵੱਡਾ, ਸ੍ਰੇਸ਼ਟ ਹੈ। ਆਦਿ ਸਥਾਨ ਸਰੂਪ ਹੈ, ਉਸ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ। ਕੀਮਤ ਨਹੀਂ ਪਾਏ ਕਿ ਉਸ ਪਰਮੇਸ਼ਰ ਦੀ ਕੀਮਤ ਕਿਸੇ ਪਾਸੋਂ ਨਹੀਂ ਪਾਈ ਜਾਂਦੀ। ਉਹ ਬੇਅੰਤ ਹੈ। ਸ਼ਬਦ ਸਲਾਹ ਹੈ ਅੰਤ ਨਾ ਪਾਰਾਵਾਰ। ਜਿਨ੍ਹਾਂ ਨੇ ਪਾਰਾਵਾਰ, ਪਾਰ ਉਰਾਰ, ਲੋਕ ਪਰਲੋਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਪਰਮੇਸ਼ਰ ਦੇ ਪਾਰਾਵਾਰ ਦਾ, ਲੋਕ ਪਰਲੋਕ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਨੂੰ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਦੁਆਰਾ ਜੋ ਸਲਾਹੁੰਦਾ ਹੈ, ਮਹਾਰਾਜ ਜੀ ਕਹਿਣ ਲੱਗੇ, ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ। ਉਸ ਨੂੰ ਮੇਰਾ ਪ੍ਰਭੂ ਵਾਹਿਗੁਰੂ ਬਖਸ਼ ਲੈਂਦਾ ਹੈ। ਜਿਹੜਾ ਉਸ ਪਰਮੇਸ਼ਰ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਪਰਮੇਸ਼ਰ ਨੂੰ ਸਲਾਹੁੰਦਾ ਹੈ, ਉਸ ਨੂੰ ਮੇਰਾ ਪ੍ਰਭੂ ਮੇਰਾ ਵਾਹਿਗੁਰੂ ਬਖਸ਼ ਲੈਂਦਾ ਹੈ। ਕਿਉਂਕਿ ਉਸ ਦਾ ਬਖਸ਼ਣਹਾਰ ਬਿਰਧ ਹੈ, ਜੋ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰਦਾ ਹੈ। ਕਿਉਂਕਿ ਉਹ ਪਰਮੇਸ਼ਰ ਉਸ ਨੂੰ ਬਖਸ਼ਣਹਾਰ, ਉਸ ਦਾ ਬਿਰਧ ਹੈ। ਜਿਵੇਂ ਪਿਛਲੇ ਭਗਤਾਂ ਨੂੰ ਬਖਸ਼ਿਆ ਹੈ, ਹੁਣ ਵੀ ਭਗਤੀ ਕਰਨ ਵਾਲਿਆਂ ਨੂੰ ਉਹ ਪਰਮੇਸ਼ਰ ਬਖਸ਼ਣਹਾਰ ਹੈ। ਗੁਰ ਮਿਲਿਆ ਸਭ ਮਤ ਬੁੱਧ ਹੋਏ। ਮਹਾਰਾਜ ਜੀ ਕਹਿਣ ਲੱਗੇ, ਇਹ ਭਾਈ, ਸਤਿਗੁਰਾਂ ਦੇ ਨਾਲ ਮਿਲਣ ਕਰਕੇ ਸ਼ਾਸਤਰਾਂ ਦੇ ਸਿਧਾਂਤ ਦੀ ਮੱਤ ਵੀ ਅਤੇ ਵੇਦਾਂ ਦੀਆਂ ਸੁਰਤੀਆਂ ਸਿਮਰਤੀਆਂ ਵੀ ਸਾਰੀ ਬੁੱਧ ਪ੍ਰਾਪਤ ਹੋ ਜਾਂਦੀ ਹੈ। ਗੁਰ ਮਿਲਿਆ ਸਭ ਮਤ ਬੁੱਧ ਹੋਏ। ਸਤਿਗੁਰਾਂ ਦੇ ਮਿਲਣ ਕਰਕੇ ਸ਼ਾਸਤਰਾਂ ਤੇ ਸਿਧਾਂਤ ਦੀ ਮੱਤ ਵੀ ਅਤੇ ਵੇਦਾਂ ਦੀਆਂ ਸੁਰਤੀਆਂ ਸਿਮਰਤੀਆਂ ਦੀ ਵੀ ਸਾਰੀ ਬੁੱਧ ਪ੍ਰਾਪਤ ਹੋ ਜਾਂਦੀ ਹੈ। ਵਿਵਹਾਰਾਂ ਦੀ ਵੀ ਮਤ ਅਤੇ ਪਰਮਾਰਥ ਦੀ ਵੀ ਬੋਧ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਜੇ ਗੁਰੂ ਦੇ ਨਾਲ ਮਿਲਾਪ ਹੋ ਜਾਵੇ। ਮਨ ਨਿਰਮਲ ਬਸੈ ਸੱਚ ਸੋਏ। ਜਦ ਮਨ ਵਿਕਾਰਾਂ ਦੀ ਮੈਲ ਤੋਂ ਨਿਰਮਲ ਉਜਲ ਹੋ ਜਾਂਦਾ ਹੈ। ਮਨ ਨਿਰਮਲ, ਕਿ ਜਦ ਮਨ ਵਿਕਾਰਾਂ ਦੀ ਮੈਲ ਤੋਂ ਨਿਰਮਲ ਉਜਲ ਹੋ ਜਾਂਦਾ ਹੈ, ਤਦ ਬਸੈ ਸੱਚ ਸੋਏ। ਸੋਏ ਉਸ ਵੇਲੇ ਸੱਚ ਸਰੂਪ ਪਰਮੇਸ਼ਰ ਇਸ ਵਿੱਚ ਵਸ ਜਾਂਦਾ ਹੈ। ਸੱਚੇ ਦੀ ਸੋਭਾ ਕਰਦੇ ਕਰਦੇ ਸੱਚੇ ਦਾ ਹੀ ਸਰੂਪ ਹੋ ਜਾਂਦਾ ਹੈ। ਮਨ ਨਿਰਮਲ ਬਸੈ ਸੱਚ ਸੋਏ, ਕਿ ਜਦ ਮਨ ਵਿਕਾਰਾਂ ਦੀ ਮੈਲ ਤੋਂ ਉਜਲ ਹੋ ਜਾਂਦਾ ਹੈ, ਤਦ ਉਸ ਵੇਲੇ ਸੱਚ ਸਰੂਪ ਪਰਮੇਸ਼ਰ ਵਿੱਚ ਇਹ ਜੀਵ ਦਾ ਮਨ ਪਰਮੇਸ਼ਰ ਵੱਲ ਜੁੜ ਜਾਂਦਾ ਹੈ। ਤਾਂ ਪਰਮੇਸ਼ਰ ਇਸ ਜੀਵ ਦੇ ਵਸ ਜਾਂਦਾ ਹੈ, ਅੰਦਰ ਵਸ ਜਾਂਦਾ ਹੈ। ਸੱਚੇ ਦੀ ਸੋਭਾ ਕਰਦਿਆਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ, ਉਸ ਦਾ ਨਾਮ ਜਪਦਿਆਂ ਸੱਚੇ ਦਾ ਹੀ ਸਰੂਪ, ਸੱਚੇ ਦਾ ਹੀ ਰੂਪ ਹੋ ਜਾਂਦਾ ਹੈ। ਸੱਚ ਬਸਿਆ ਸਾਚੀ ਸਭ ਕਾਰ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਪਾਤਸ਼ਾਹ ਵਸ ਜਾਂਦਾ ਹੈ, ਉਹਨਾਂ ਦੀ ਸਾਰੀ ਕਾਰ ਸੱਚੀ ਹੁੰਦੀ ਹੈ। ਸਾਚ ਬਸਿਆ ਸਾਚੀ ਸਭ ਕਾਰ। ਜਿਨ੍ਹਾਂ ਦੇ ਹਿਰਦੇ ਵਿੱਚ ਸਾਚ ਸੱਚਾ ਪਾਤਸ਼ਾਹ ਵਸ ਜਾਂਦਾ ਹੈ, ਉਹਨਾਂ ਦੀ ਸਾਚੀ ਸਭ ਕਾਰ, ਸਾਰੀ ਕਾਰ ਸੱਚੀ ਹੁੰਦੀ ਹੈ। ਊਤਮ ਕਰਨੀ ਸ਼ਬਦ ਵਿਚਾਰ।
हे गुरसिੱਖੋ, ਜਿਹੜੀ ਸੰਸਾਰ ਵਿੱਚ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਗੁਰੂ ਦੀ ਬਾਣੀ, ਬਾਣੀ ਦਾ ਸ਼ਬਦ ਹੈ, ਜਿਹੜੀ ਇਸ ਸ਼ਬਦ ਦੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਉੱਤਮ ਕਰਨੀ, ਇਹ ਸਭਨਾ ਕਮਾਈਆਂ ਤੋਂ ਉੱਤਮ ਕਮਾਈ ਹੈ। ਕਿ ਜੋ ਗੁਰੂ ਦਾ ਸ਼ਬਦ ਉਪਦੇਸ਼ ਦਿੰਦਾ ਹੈ ਨਾਮ ਜਪਣ ਦਾ, ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ, ਸ਼ਬਦ ਦੇ ਉਪਦੇਸ਼ 'ਤੇ ਚੱਲਦਾ ਹੈ, ਨਾਮ ਜਪਦਾ ਹੈ, ਇਹ ਨਾਮ ਦੀ ਕਮਾਈ ਹੀ ਸਾਰੀਆਂ ਕਮਾਈਆਂ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਇ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਇ। ਸਤਿਗੁਰਾਂ ਦੀ ਸ਼ਰਨ ਪਿਆ, ਸਤਿਗੁਰਾਂ ਦੀ ਸ਼ਰਨ ਪਿਆ ਤੋਂ ਹੀ ਸਾਚੀ ਸੱਚੀ ਨਾਮ ਦੀ ਸੇਵਾ, ਸੱਚੀ ਟਹਿਲ ਰੂਪ ਦਾਤ ਪ੍ਰਾਪਤ ਹੁੰਦੀ ਹੈ। ਗੁਰ ਤੇ ਸਾਚੀ ਸੇਵਾ ਹੋਏ, ਸਤਿਗੁਰਾਂ ਦੀ ਸ਼ਰਨ ਪਿਆ ਤੋਂ ਹੀ ਸੱਚੀ ਨਾਮ ਦੀ ਟਹਿਲ, ਸੱਚੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿ ਸਤਿਗੁਰਾਂ ਦੀ ਜੋ ਸੇਵਾ ਸ਼ਰਨ ਦੇ ਵਿੱਚ ਪੈ ਜਾਂਦਾ ਹੈ, ਸਤਿਗੁਰਾਂ ਤੋਂ ਹੀ ਫਿਰ ਜੋ ਸੱਚਾ ਨਾਮ ਹੈ, ਉਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸੱਚੀ ਸੇਵਾ ਖੇਤੀ ਰੂਪ ਹੈ, ਜਿਹੜੀ ਸੱਚੀ ਸੇਵਾ ਹੈ ਉਹ ਖੇਤੀ ਰੂਪ ਹੈ। ਗੁਰੂ ਸਾਹਿਬ ਜੀ ਬੱਦਲ ਦੀ ਨਿਆਈ ਹੋ ਕੇ ਉਪਦੇਸ਼ ਰੂਪੀ ਵਰਖਾ ਕਰਦੇ ਹਨ, ਤਾਂ ਸੇਵਾ ਰੂਪੀ ਖੇਤੀ ਸੱਚੀ ਹੁੰਦੀ ਹੈ। ਫਿਰ ਗਿਆਨ ਰੂਪੀ ਫੁੱਲ, ਮੁਕਤੀ ਰੂਪੀ ਫਲ ਲੱਗਦੇ ਹਨ ਅਤੇ ਆਨੰਦ ਰੂਪੀ ਰਸ ਪ੍ਰਾਪਤ ਹੁੰਦਾ ਹੈ। ਗੁਰਮੁਖ ਨਾਮ ਪਛਾਣੈ ਕੋਇ। ਪਰ ਕੋਈ ਕੋਈ ਗੁਰਮੁਖ ਭਾਗਾਂ ਵਾਲਾ ਹੀ ਨਾਮ ਦੀ ਪਛਾਣ ਕਰਦਾ ਹੈ। ਜੋ ਭਾਗਾਂ ਵਾਲਾ ਹੁੰਦਾ ਹੈ, ਉਹੀ ਸਤਿਗੁਰੂ ਦੀ ਸ਼ਰਨ ਪੈ ਕੇ ਪਰਮੇਸ਼ਰ ਦੀ ਦਿੱਤੀ ਹੋਈ ਨਾਮ ਦੀ ਦਾਤ ਹੈ, ਜਿਹੜੀ ਗੁਰਾਂ ਤੋਂ ਮਿਲਦੀ ਹੈ, ਜਿਹੜਾ ਉਸ ਦੀ ਕਮਾਈ ਕਰਦਾ ਹੈ। ਉਹ ਕੋਈ ਕੋਈ ਗੁਰਮੁਖ ਭਾਗਾਂ ਵਾਲਾ ਹੁੰਦਾ ਹੈ, ਜਿਹੜਾ ਨਾਮ ਦੀ ਪਛਾਣ ਕਰਦਾ ਹੈ, ਨਾਮ ਜਪਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਜੀਵੈ ਦਾਤਾ ਦੇਵਨਹਾਰ, ਨਾਨਕ ਹਰ ਨਾਮੇ ਲੱਗੈ ਪਿਆਰ। ਗੁਰੂ ਸਾਹਿਬ ਸਦਾ ਪਰਮੇਸ਼ਰ ਦਾ ਰੂਪ, ਚਾਰ ਯੁੱਗਾਂ ਵਿੱਚ ਦਾਤਾਂ ਦੇਣ ਵਾਲੇ ਜਿਉਂਦੇ ਹਨ। ਗੁਰੂ ਸਾਹਿਬ ਜੀ ਨਾਮ ਦੀਆਂ ਦਾਤਾਂ ਦੇਣ ਵਾਲੇ ਹਨ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਹਰ ਨਾਮੇ ਲੱਗੈ ਪਿਆਰ, ਕਿ ਉਹਨਾਂ ਦਾ ਹਰੀ ਦੇ ਨਾਮ ਵਿੱਚ ਪਿਆਰ ਲੱਗਿਆ ਰਹਿੰਦਾ ਹੈ। ਜਿਹੜੇ ਗਿਆਨ ਰੂਪ, ਜਿਹੜੇ ਗੁਰਮੁਖ ਬਿਰਲੇ ਬਿਰਲੇ ਭਾਗਾਂ ਵਾਲੇ ਹਨ, ਨਾਮ ਦੀ ਪਛਾਣ ਕਰਦੇ ਹਨ, ਕਿ ਉਹਨਾਂ ਦਾ ਹਰੀ ਦੇ ਨਾਮ ਵਿੱਚ ਪਿਆਰ ਲੱਗਿਆ ਰਹਿੰਦਾ ਹੈ। ਇਉਂ ਗੁਰਾਂ ਦੇ ਮਿਲਣੇ ਕਰਕੇ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਤੇ ਗਿਆਨ ਪਾਏ ਜਨ ਕੋਇ, ਗੁਰ ਤੇ ਬੂਝੈ ਸੀਜੈ ਸੋਏ। ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਪੂਰੈ ਭਾਗ ਮਿਲੈ ਗੁਰ ਆਏ, ਸਾਚੈ ਸਹਿਜ ਸਾਚ ਸਮਾਏ ਰਹਾਉ। ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਈ, ਗੁਰ ਤੇ ਸਾਤ ਬਸੈ ਮਨ ਆਈ। ਗੁਰ ਤੇ ਪਵਿੱਤ ਪਾਵਨ ਸੁਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਬਾਝ ਗੁਰੂ ਸਭ ਭਰਮ ਭੁਲਾਈ, ਬਿਨ ਨਾਵੈ ਬਹੁਤਾ ਦੁਖ ਪਾਈ। ਗੁਰਮੁਖ ਹੋਵੈ ਸੋ ਨਾਮ ਧਿਆਈ, ਦਰਸ਼ਨ ਸੱਚੈ ਸੱਚੀ ਪਤ ਹੋਈ। ਕਿਸਨੋ ਕਹੀਐ ਦਾਤਾ ਇਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚ ਸਮਾਵਾ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚ ਸਮਾਵਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸੁਸ਼ੋਭਿਤ ਬਾਣੀ ਗੌੜੀ ਗੁਆਰੇਰੀ ਮਹੱਲਾ ਤੀਜਾ। ਗੌੜੀ ਰਾਗ ਦੇ ਅੰਦਰ ਗੁਆਰੇਰੀ ਜਾਤੀ ਦੇ ਵਿੱਚ ਮਹੱਲਾ ਤੀਜਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਧਾਰਨ ਕਰਨ ਪ੍ਰਤੀ, ਗੁਰੂ ਦੀ ਸ਼ਰਨ ਪੈਣ ਪ੍ਰਤੀ, ਗੁਰੂ ਦੇ ਉਪਦੇਸ਼ ਤੇ ਚੱਲਣ ਵਾਸਤੇ ਬਾਣੀ ਦੁਆਰਾ ਸਮਝਾ ਰਹੇ ਹਨ। ਗੁਰ ਤੇ ਗਿਆਨ ਪਾਏ ਜਨ ਕੋਏ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਕੋਈ ਬਿਰਲਾ ਹੀ ਜਨ, ਬਿਰਲਾ ਹੀ ਭਗਤ, ਬਿਰਲਾ ਹੀ ਪ੍ਰੇਮੀ, ਬਿਰਲਾ ਹੀ ਸੇਵਾਦਾਰ ਸੰਸਾਰ ਵਿੱਚ ਸਤਿਗੁਰਾਂ ਤੋਂ ਗਿਆਨ ਪ੍ਰਾਪਤ ਕਰ ਸਕਦਾ ਹੈ। ਗੁਰ ਤੇ ਗਿਆਨ ਪਾਏ ਜਨ ਕੋਏ। ਹੈ ਭਾਈ, ਕੋਈ ਬਿਰਲਾ ਹੀ ਭਗਤ, ਕੋਈ ਬਿਰਲਾ ਹੀ ਪ੍ਰੇਮੀ ਸੇਵਾਦਾਰ ਸੰਸਾਰ ਵਿੱਚ ਸਤਿਗੁਰਾਂ ਤੋਂ ਗਿਆਨ ਪ੍ਰਾਪਤ ਕਰ ਸਕਦਾ ਹੈ। ਸਤਿਗੁਰਾਂ ਤੋਂ ਬਗੈਰ ਕੋਈ ਗਿਆਨ ਨਹੀਂ ਦੇ ਸਕਦਾ। ਪੂਰੇ ਗੁਰੂ ਤੋਂ ਬਿਨਾਂ ਕੋਈ ਗਿਆਨ ਨਹੀਂ ਦੇ ਸਕਦਾ। ਗੁਰ ਤੇ ਬੂਝੈ ਸੀਝੈ ਕੋਏ। ਜੋ ਗੁਰੂ ਸਾਹਿਬ ਜੀ ਦੇ ਪਾਸੋਂ ਅੰਮ੍ਰਿਤ ਨਾਮ ਬੁੱਝਦਾ ਹੈ, ਉਹ ਪੁਰਖ ਸੀਝੈ ਹੁੰਦਾ, ਮੁਕਤ ਹੋ ਜਾਂਦਾ ਹੈ। ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੈ ਸੀਝੈ ਸੋਏ। ਮਹਾਰਾਜ ਜੀ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ ਕਿ ਹੇ ਭਾਈ, ਕੋਈ ਬਿਰਲਾ ਹੀ ਜਨ ਭਗਤ, ਪ੍ਰੇਮੀ ਸੇਵਾਦਾਰ ਸੰਸਾਰ ਵਿੱਚ ਸਤਿਗੁਰਾਂ ਤੋਂ ਗਿਆਨ ਪ੍ਰਾਪਤ ਕਰ ਸਕਦਾ ਹੈ। ਗੁਰ ਤੇ ਬੂਝੈ ਸੀਝੈ ਸੋਏ, ਕਿ ਸਤਿਗੁਰਾਂ ਤੋਂ ਬਗੈਰ ਕੋਈ ਗਿਆਨ ਨਹੀਂ ਦੇ ਸਕਦਾ। ਜੋ ਗੁਰੂ ਸਾਹਿਬ ਜੀ ਦੇ ਪਾਸੋਂ ਅੰਮ੍ਰਿਤ ਨਾਮ ਬੁੱਝਦਾ ਹੈ, ਸਮਝਦਾ ਹੈ, ਉਹ ਪੁਰਖ ਮੁਕਤ ਹੋ ਜਾਂਦਾ ਹੈ। ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਗੁਰ ਤੇ ਸਹਿਜ ਸਾਚ ਵਿਚਾਰ, ਸਤਿਗੁਰੂ ਸਾਹਿਬ ਤੋਂ ਹੀ ਸਹਿਜ ਭਾਵ ਗਿਆਨ ਪ੍ਰਾਪਤੀ ਦਾ ਸੱਚਾ ਵਿਚਾਰ ਮਿਲਦਾ ਹੈ। ਗੁਰ ਤੇ ਸਹਿਜ ਸਾਚ ਵਿਚਾਰ, ਗੁਰੂ ਸਾਹਿਬ ਤੋਂ ਹੀ ਸਹਿਜ ਗਿਆਨ ਪ੍ਰਾਪਤੀ ਦਾ ਸੱਚਾ ਵਿਚਾਰ ਮਿਲਦਾ ਹੈ। ਗੁਰ ਤੇ ਪਾਏ ਮੁਕਤ ਦੁਆਰ। ਹੇ ਸਤਿਗੁਰੂ ਜੀ, ਗਿਆਨ ਤਾਂ ਗੁਰਾਂ ਤੋਂ ਪਾ ਲੈਂਦਾ ਹੈ, ਕਿਰਪਾ ਕਰਕੇ ਦੱਸੋ ਕਿ ਮੁਕਤੀ ਦਾ ਦੁਆਰਾ ਕਿੱਥੋਂ ਪ੍ਰਾਪਤ ਕਰੀਦਾ ਹੈ। ਗੁਰ ਤੇ ਸਹਿਜ ਸਾਚ ਵਿਚਾਰ, ਗੁਰੂ ਸਾਹਿਬ ਤੋਂ ਹੀ ਗਿਆਨ ਪ੍ਰਾਪਤੀ ਦਾ ਸੱਚਾ ਵਿਚਾਰ ਮਿਲਦਾ ਹੈ। ਸਿੱਖ ਕਹਿਣ ਲੱਗੇ, ਮਹਾਰਾਜ ਜੀ, ਤੇ ਗਿਆਨ ਦੀ ਪ੍ਰਾਪਤੀ ਦਾ ਵਿਚਾਰ ਤਾਂ ਗੁਰੂ ਸਾਹਿਬ ਤੋਂ ਮਿਲਦਾ ਹੈ, ਪਰ ਗਿਆਨ ਤਾਂ ਗੁਰਾਂ ਤੋਂ ਪਾਈਦਾ ਹੈ। ਕਿਰਪਾ ਕਰਕੇ ਦੱਸੋ ਕਿ ਮੁਕਤੀ ਦਾ ਦੁਆਰਾ ਕਿੱਥੋਂ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਗੁਰ ਤੇ ਪਾਏ ਮੁਕਤ ਦੁਆਰ। ਗੁਰੂ ਸਾਹਿਬ ਤੋਂ ਹੀ ਸੰਸਾਰ ਤੋਂ ਮੁਕਤੀ ਦਾ ਦੁਆਰਾ ਅਪਰੋਖ ਗਿਆਨ ਪਾਇਆ ਜਾਂਦਾ ਹੈ। ਗੁਰੂ ਸਾਹਿਬ ਜੀ, ਹੇ ਸਤਿਗੁਰੂ ਜੀ, ਪਰਮੇਸ਼ਰ ਮਿਲਦਾ ਕਿਸ ਨੂੰ ਹੈ ਫਿਰ? ਤੇ ਮੁਕਤੀ ਦਾ ਦੁਆਰਾ ਵੀ ਗੁਰਾਂ ਤੋਂ ਪਾਈਦਾ ਹੈ ਤੇ ਗਿਆਨ ਦੀ ਪ੍ਰਾਪਤੀ ਵੀ ਗੁਰਾਂ ਤੋਂ ਹੁੰਦੀ ਹੈ। ਇਹ ਗੁਰਾਂ ਤੋਂ ਹੁੰਦੀਆਂ ਹਨ, ਪਰ ਪਰਮੇਸ਼ਰ ਕਿਵੇਂ ਮਿਲਦਾ ਹੈ? ਮਹਾਰਾਜ ਜੀ ਕਹਿਣ ਲੱਗੇ, ਪੂਰੈ ਭਾਗ ਮਿਲੈ ਗੁਰ ਆਏ, ਸਾਚੈ ਸਹਿਜ ਸਾਚ ਸਮਾਏ ਰਹਾਉ। ਪੂਰੈ ਭਾਗ ਮਿਲੈ ਗੁਰ ਆਏ। ਪੂਰੈ ਪੂਰਨ ਭਾਗ ਕਰਮਾਂ ਵਾਲਿਆਂ ਨੂੰ ਗੁਰੂ ਸਾਹਿਬ ਜੀ ਮਨੁੱਖਾ ਜਨਮ ਵਿੱਚ ਆ ਕੇ ਮਿਲਦੇ ਹਨ। ਇਹ ਸਤਿਗੁਰੂ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਜਾਂਦੇ ਹਨ, ਉਹਨਾਂ ਨੂੰ ਕੀ ਲਾਭ ਹੁੰਦਾ ਹੈ? ਤਾਂ ਮਹਾਰਾਜ ਜੀ ਕਹਿਣ ਲੱਗੇ, ਸਾਚੈ ਸਹਿਜ ਸਾਚ ਸਮਾਏ। ਹੇ ਭਾਈ, ਜਿਹੜੇ ਸਾਚੈ ਸੱਚੇ ਦਾ ਸ਼ਰਾਵਣ ਕਰਕੇ, ਸ਼ਾਂਤੀ ਪੂਰਕ ਮੰਨਣ ਕਰਕੇ ਨਿਧਿਆਸਣ ਕਰਦੇ ਹਨ, ਉਹ ਸੱਚੇ ਨਾਮ ਨੂੰ ਜਾਪਣ ਵਾਲੇ ਸੱਚ ਸਰੂਪ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ, ਇੱਕਮਿਕ ਹੋ ਜਾਂਦੇ ਹਨ। ਹੇ ਸਤਿਗੁਰੂ ਜੀ, ਗੁਰੂ ਸਾਹਿਬ ਜੀ ਦੇ ਮਿਲਣ ਨਾਲ ਕੀ ਕੀ ਲਾਭ ਪ੍ਰਾਪਤ ਹੁੰਦੇ ਹਨ?
गुरु अमरदास महाराज जी कहन लगे, गुर मिलिया तृष्णा अग्न बुझाए। महाराज जी कहन लगे, गुरु साहिब जी दे मिलने करके संसार दे पदार्थां दी तृष्णा रूपी अग्न अग बुझ जाती है। गुर मिलिया तृष्णा अग्न बुझाए। गुरु साहिब जी दे नाल मिलने करके संसार दे पदार्थां दी तृष्णा रूपी अग बुझ जाती है। जिमें जंगलों की अग बरखा तो बुझ जाती है, इसे तरह सतगुरु जी का उपदेश बदल की न्याई है। तृष्णा रूपी अग नूं उपदेश रूपी बरखा करके बुझा दिंदे हन। गुर ते सांत बसै मन आए। गुर ते सांत बसै मन आए। गुर किरपा तो ही, गुरु की किरपा तो ही शांति मन विच आके बसदी है। सारियां वासनावां दा खै हो जाण नाल, खत्म हो जाण नाल नाम शांति है। भाव जिन्नियां वासनावां होण सारियां मिट जाणियां ते चित्त ने शांत हो जाना। जैसा कि सोभ स्थित लोक ईखणा तीनी के गुर ते शांत बसै मन आए। गुरु की किरपा तो ही शांति मन विच आके बसदी है। सारियां वासनावां दा खै हो जाना कि नाश हो जाण दा नाम शांति है। भाव जिन्नियां वासनावां होण सारियां गुरु दे मिलन करके चित्त ने शांत हो जाना है। गुर ते पवित पावन सुच होए। हे भाई, गुरु साहिब जी दे उपदेश तो ही मन पवित्र, शरीर पावन शुद्ध ते इंद्रे सुच्चे हो जाते हैं। गुर ते पवित पावन सुच होए। हे भाई, गुरु साहिब जी दे उपदेश तो, बाणी दे उपदेश तो ही मन पवित्र, शरीर शुद्ध ते इंद्रे सुच्चे हो जाते हैं। गुरां द्वारा मन बाणी शरीर करके पवित्र हो जाइंदा है। गुरु दे पवित्र उपदेश द्वारा पावन नाम नूं जपणे करके ओह पुरख सच्चे हो जाते हैं। उन्हां दी संगत करन वाले पवित्र हो जाते हैं। उन्हां नूं स्थूल शरीर की हंगता दी मैल, सूक्ष्म देह की वासना अते कारण देह की हंगता नहीं रहिंदी। गुर ते शब्द मिलावा होए। गुर ते शब्द मिलावा होए। गुरां तो उपदेश लैके ही वाहिगुरू दा मिलाप हुंदा है। गुर ते शब्द मिलावा होए कि गुरु तो शब्द उपदेश लैके ही वाहिगुरू दा मिलावा हुंदा है कि बाज गुरु सब भरम भुलाए। सतगुरु साहिब जी तो बाज बिना सारी सृष्टि ज्ञान दे भरम, ज्ञान दे भुलेखे विच पा के भुला दिती है। बाज गुरु सब भरम भुलाई। सतगुरु साहिब जी तो बिना गुरु तो सारी सृष्टि अज्ञान ने भुलेखे विच पा के भुला दिती है। बिन नावै बहुता दुख पाई। महाराज जी समझा रहे हैं कि बिन नावै बहुता दुख पाई कि हे भाई, सच्चे पातशाह दे नाम तो बगैर सारी सृष्टि जम्मण मरण दा बहुता दुख पा रही है। भाव जूना विच भरमदी रहिंदी है। सिखा ने प्रश्न किया, है महाराज, नाम सारे क्यों नहीं ध्याउंदे? तां गुरु अमरदास महाराज जी उचारण करते हैं कि गुरमुख होवै सो नाम ध्याई। गुरमुख होवै सो नाम ध्याई। जो गुरमुख गुरां द्वारा अधिकारी हुंदा है, ਉਹੀ परमेश्वर दे नाम नूं रोम रोम करके ध्याउंदा है। महाराज, उस गुरमुख नूं की लाभ है जिहड़ा रोम रोम करके नाम ध्याउंदा है?
ਤਾਂ ਮਹਾਰਾਜ ਜੀ ਕਹਿਣ ਲੱਗੇ, ਦਰਸ਼ਨ ਸੱਚੈ ਸੱਚੀ ਪਤ ਹੋਈ। ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਸ ਦੀ ਪਰਮਾਤਮਾ ਵਿੱਚ ਅਭੇਦ ਹੋਣ ਰੂਪੀ ਸੱਚੀ ਇੱਜ਼ਤ ਹੁੰਦੀ ਹੈ। ਉਸ ਦੀ ਕਾਮ ਕ੍ਰੋਧ ਆਦਿਕ ਬੇਪਤੀ ਨਹੀਂ ਕਰ ਸਕਦੇ। ਜਿਤਨਾ ਵੱਡਾ ਕਰਤਾਰ ਦਾ ਪ੍ਰਤਾਪ ਹੈ, ਉਤਨੀ ਵੱਡੀ ਰੱਬ ਦੇ ਪਿਆਰਿਆਂ ਦੀ ਸੋਭਾ ਹੁੰਦੀ ਹੈ। ਉਸ ਦੀ ਲੋਕ ਪਰਲੋਕ ਵਿੱਚ ਸੱਚੀ ਇੱਜ਼ਤ ਹੁੰਦੀ ਹੈ। ਜਿਹੜੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਸ ਦੀ ਪਰਮਾਤਮਾ ਵਿੱਚ ਜਦੋਂ ਅਭੇਦਤਾ ਹੋ ਜਾਂਦੀ ਹੈ, ਇੱਜ਼ਤ ਹੋ ਜਾਂਦੀ ਹੈ, ਉਹ ਫਿਰ ਰੋਮ ਰੋਮ ਪਰਮੇਸ਼ਰ ਦਾ ਨਾਮ ਜਪਦੇ ਹਨ, ਧਿਆਉਂਦੇ ਹਨ। ਜੋ ਗੁਰਮੁਖ ਗੁਰਾਂ ਦੁਆਰਾ, ਮੁਖੀ ਗੁਰਾਂ ਦੁਆਰਾ ਅਧਿਕਾਰੀ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਰੋਮ ਰੋਮ ਕਰਕੇ ਧਿਆਉਂਦਾ ਹੈ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਸ ਦੀ ਪਰਮਾਤਮਾ ਵਿੱਚ ਅਭੇਦ ਰੂਪੀ ਸੱਚੀ ਇੱਜ਼ਤ ਹੁੰਦੀ ਹੈ। ਕਿਸ ਨੂੰ ਕਹੀਐ ਦਾਤਾ ਇੱਕ ਸੋਈ, ਕਿਸ ਨੂੰ ਕਹੀਐ ਦਾਤਾ ਇੱਕ ਸੋਈ ਹੈ ਭਾਈ, ਹੋਰ ਕਿਸ ਨੂੰ ਜਾ ਕੇ ਕਹੀਏ। ਇੱਕ ਦਾਤਾ ਤਾਂ ਉਹ ਪਰਮੇਸ਼ਰ ਹੀ ਹੈ, ਉਸ ਦੇ ਪਾਸੋਂ ਇਹ ਦਾਤ ਮੰਗਣੀ ਚਾਹੀਦੀ ਹੈ। ਹੋਰ ਕਿਸੇ ਦੇ ਆਪਾਂ ਨੂੰ ਅਧੀਨ ਨਹੀਂ ਹੋਣਾ ਚਾਹੀਦਾ। ਜੋ ਨਾਮ ਦੀ ਦਾਤ ਹੈ, ਇਹ ਇੱਕ ਪਰਮੇਸ਼ਰ ਤੋਂ ਹੀ ਮੰਗਣੀ ਚਾਹੀਦੀ ਹੈ, ਹੋਰ ਕਿਸੇ ਦੇ ਅਧੀਨ ਨਹੀਂ ਹੋਣਾ ਚਾਹੀਦਾ। ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਐ, ਉਤਰੈ ਮਨ ਕੀ ਭੁੱਖ। ਕਿ ਇੱਕ ਪਰਮੇਸ਼ਰ ਤੋਂ ਹੀ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ, ਹੋਰ ਕਿਸੇ ਤੋਂ ਕੁਝ ਵੀ ਮੰਗਣਾ ਨਹੀਂ ਚਾਹੀਦਾ। ਜਦੋਂ ਨਾਮ ਦੀ ਦਾਤ ਮਿਲ ਗਈ, ਹਿਰਦੇ ਦੇ ਵਿੱਚ ਵਸ ਗਿਆ, ਤਾਂ ਸਾਰੀਆਂ ਵਸਤੂਆਂ ਨਾਲ ਹੀ ਆ ਜਾਂਦੀਆਂ ਹਨ। ਕਿਰਪਾ ਕਰੋ ਸ਼ਬਦ ਮਿਲਾਵਾ ਹੋਈ, ਕਿਰਪਾ ਕਰੇ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਜਿਸ ਉੱਤੇ ਗੁਰੂ ਕਿਰਪਾ ਕਰਦਾ ਹੈ, ਉਸ ਦਾ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਕਰਕੇ ਵਾਹਿਗੁਰੂ ਨਾਲ ਮਿਲਾਵਾ ਮਿਲਾਪ ਹੁੰਦਾ ਹੈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਜਿਸ ਉੱਤੇ ਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਸ ਦਾ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਕਰਕੇ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਉਸ ਪ੍ਰੀਤਮ, ਉਹ ਪ੍ਰੀਤਮ ਪਿਆਰੇ ਪਰਮੇਸ਼ਰ ਨਾਲ ਮਿਲ ਕੇ ਸੱਚੇ ਗੁਣਾਂ ਨੂੰ ਗਾਉਣਾ ਕਰਦੇ ਹਨ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਉਹ ਪ੍ਰੀਤਮ ਪਿਆਰੇ ਪਰਮੇਸ਼ਰ ਨਾਲ ਮਿਲ ਕੇ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ। ਨਾਨਕ ਸਾਚੇ ਸਾਚ ਸਮਾਵਾ, ਗੁਰੂ ਜੀ ਉਚਾਰਨ ਕਰਦੇ ਹਨ, ਗੁਰੂ ਅਮਰਦਾਸ ਮਹਾਰਾਜ ਜੀ, ਕਿ ਇਸ ਪ੍ਰਕਾਰ ਸੱਚੇ ਨਾਮ ਨੂੰ ਜਪਣ ਵਾਲੇ ਪੁਰਖ ਪਹਿਲਾਂ ਸੱਚੇ ਦਾ ਸ਼ਰਾਵਣ ਕਰਦੇ ਹਨ, ਫਿਰ ਸੱਚੇ ਦਾ ਮੰਨਣ ਕਰਕੇ ਕਮਾਈ ਕਰਦੇ ਹਨ। ਇਉਂ ਮਨ ਬਾਣੀ ਸਰੀਰ ਕਰਕੇ ਸੱਚੇ ਨੂੰ ਜਪਣ ਵਾਲੇ ਨਿਸ਼ਚੇ ਕਰਕੇ ਸੱਚ ਦੇ ਵਿੱਚ, ਉਸ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ। ਗੌੜੀ ਗੁਆਰੇਰੀ ਮਹੱਲਾ ਤੀਜਾ। ਸਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਸੱਚੀ ਬਾਣੀ ਜੁਗ ਚਾਰੇ ਜਾਪੈ, ਸਭ ਕਿਸ ਸਾਚਾ ਆਪੇ ਆਪੈ। ਕਰਮ ਹੋਵੈ ਸਤ ਸੰਗ ਮਿਲਾਏ, ਹਰ ਗੁਣ ਗਾਵੈ ਬੈਸ ਸੁਥਾਏ। ਰਹਾਉ ਜਲੋ ਇਹ ਜੇਬਾ ਦੂਜੈ ਭਾਈ, ਹਰ ਰਸ ਨਾ ਚਾਖੈ ਫੀਕਾ ਆਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੈ ਦੁਖੀਆ ਚੱਲਿਆ ਰੋਏ। ਰਸ ਨਾ ਹਰ ਰਸ ਚਾਖਿਆ ਸਹਿਜ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ। ਸੱਚੇ ਰਾਤੀ ਗੁਰ ਸ਼ਬਦੀ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਧਾਰ। ਨਾਮ ਸਮਾਵੈ ਜੋ ਭਾਂਡਾ ਹੋਏ, ਊਂਧੈ ਭਾਂਡਾ ਟਿਕੈ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ
जिस शब्द प्यास, नानक सच भांडा जिस शब्द प्यास। गौड़ी राग दे अंदर तीजे पातशाह गुरु अमरदास महाराज जी का शब्द है कि सुथाओ सच मन निर्मल होए। हे महाराज, सच्चा श्रेष्ठ थाओ केड़ा है? सो थाओ के श्रेष्ठ सच्चा श्रेष्ठ थाओ केड़ा है? गुरु जी कहते हैं कि सो श्रेष्ठ थाओ थां साध संगत है। हे महाराज, साध संगत सच्चा श्रेष्ठ थां क्यों है? गुरु अमरदास महाराज जी कथन करते हैं कि श्रेष्ठ थां साध संगत विच बैठण करके मन विच सच्चा नाम वसदा है, मन निर्मल हो जाता है, सारियां विकारां दियां मैलां धोतियां जांदियां हन। इसे करके जो साध संगत विच बैठना है कि साध संगत है, यह श्रेष्ठ थां है। सो थाओ सच मन निर्मल होए कि हे महाराज, सच्चा श्रेष्ठ थां केड़ा है? गुरु जी कथन करते हैं कि सो श्रेष्ठ थाओ थां साध संगत है। हे महाराज, साध संगत सच्चा श्रेष्ठ थां क्यों है? गुरु जी कथन करते हैं कि श्रेष्ठ थां साध संगत विच बैठण करके मन विच सच्चा नाम वसदा है, मन निर्मल हो जाता है, सारियां विकारां दियां मैलां धोतियां जांदियां हन। इसे करके जिहड़ा साध संगत थां है, जिथे संगत लगदी है, संगत हुंदी है, कि ओह श्रेष्ठ थां है। सच निवास करे सच सोए। फिर हिरदे विच सच्चा पातशाह निवास कर लैंदा है। जदों साध संगत दे विच बैठण करके मन विच सच्चा नाम वसदा है, सच्चा नाम वसन करके ते मन निर्मल हो जाता है। मन निर्मल होने करके फिर हिरदे विच सच्चा पातशाह निवास कर लैंदा है, जिस करके सच सोए सच जिस करके सोए ओह हिरदा भी सच्चा हो जाता है। सच्चे दी शोभा करते हुए सच्चे स्वरूप ही हो जाईदा है। सच्ची बाणी जुग चारे जापै। हे भाई, यह सच्ची धुर की नाम रूपी बाणी जुग चारे चारे जुगां विच जानी जावेगी। साची बाणी जुग चारे जापै। हे भाई, यह सच्ची धुर की बाणी नाम रूपी बाणी चारे जुगां विच जानी जाएगी। यह सच्ची बाणी सच नूं प्रगट करन वाली चारे जुगां विच जानी जाती है। इस बाणी नाल ही परमेश्वर नूं जपीदा है। सब किस साचा आपे आपै। सारा कुछ सच्चा परमेश्वर आपे आपै, आप ही आप है। पिछे भी सी, हुण भी है, ते अगे नूं भी होवेगा। तिन्ना कालां विच सच्चा आपे आप ही है। आपे ही जीव रूप, आप ही ईश्वर रूप ਅਤੇ ਸਾਰਿਆਂ ਦੇ ਅੰਦਰ ਆਪਣਾ ਆਪ ਰੂਪ ਹੈ। ਕਰਮ ਹੋਵੈ ਸਤ ਸੰਗ ਮਿਲਾਏ, ਹਰ ਗੁਣ ਗਾਵੈ ਬੈਸ ਸੁਥਾਈ ਰਹਾਉ। ਜੇ ਚੰਗੇ ਕਰਮ ਹੋਣ ਤਾਂ ਵਾਹਿਗੁਰੂ ਗੁਰਮੁਖਾਂ ਦੀ ਸਤ ਸੰਗਤ ਵਿੱਚ ਮਿਲਾਉਂਦਾ ਹੈ। ਕਰਮ ਹੋਵੈ ਸਤ ਸੰਗ ਮਿਲਾਏ, ਜੇ ਚੰਗੇ ਕਰਮ ਹੋਣ ਤਾਂ ਵਾਹਿਗੁਰੂ ਗੁਰਮੁਖਾਂ ਦੀ ਸਤ ਸੰਗਤ ਵਿੱਚ ਮਿਲਾਉਂਦਾ ਹੈ। ਫਿਰ ਹਰ ਗੁਣ ਗਾਵੈ ਬੈਸ ਸੁਥਾਈ। ਫਿਰ ਉਸ ਸੁਥਾਈ ਸ੍ਰੇਸ਼ਟ ਥਾਂ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਦਾ ਹੈ। ਰਹਾਉ। ਮਹਾਰਾਜ ਜੀ ਅੱਗੇ ਵਿਸ਼ਰਾਮ ਦੇ ਕੇ ਕਥਨ ਕਰਦੇ ਹਨ। ਜਲੋ ਇਹ ਜਿਹਬਾ ਦੂਜੈ ਭਾਏ, ਹਰ ਰਸ ਨਾ ਚਾਖੈ ਫੀਕਾ ਅਲਾਏ। ਜਲੋ ਇਹ ਜਿਹਬਾ ਦੂਜੈ ਭਾਏ। ਦੂਜਾ ਭਾਏ ਦਵੈਤ ਭਾ ਨੂੰ ਕਹਿਣ ਵਾਲੀ ਇਹ ਜਿਹਬਾ ਹੀ ਜ਼ਬਾਨ ਸੜ ਜਾਵੇ। ਜਿਸ
ਨੇ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਚਖਿਆ, ਕਿ ਹਰ ਰਸ ਨਾ ਚਾਖੈ, ਕਿ ਜਿਸ ਨੇ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਚਖਿਆ, ਉਹ ਦਵੈਤ ਭਾ ਨੂੰ ਕਹਿਣ ਵਾਲੀ ਇਹ ਜਿਹਬਾ ਹੈ ਜਿਹੜੀ ਸੜ ਜਾਵੇ, ਕਿ ਸਗੋਂ ਫਿੱਕੀਆਂ ਬੇਰਸੀ ਵਾਲੀਆਂ ਗੱਲਾਂ ਹੀ ਅਲਾਪਦੀ ਰਹਿੰਦੀ ਹੈ। ਫੀਕਾ ਅਲਾਏ, ਕਿ ਜਿਹੜੀ ਜਿਹਬਾ ਹੈ ਇਹ ਸੜ ਹੀ ਜਾਵੇ ਜੇ ਪਰਮੇਸ਼ਰ ਦੇ ਨਾਮ ਰਸ ਨਾਲ ਨਹੀਂ ਰਸੀ, ਨਾਮ ਰਸ ਨਹੀਂ ਜੇ ਚੱਖਿਆ, ਤੇ ਫਿੱਕੀਆਂ ਬੇਰਸੀ ਵਾਲੀਆਂ ਗੱਲਾਂ ਹੀ ਅਲਾਪਦੀ ਰਹਿੰਦੀ ਹੈ। ਬਿਨ ਬੂਝੈ ਤਨ ਮਨ ਫੀਕਾ ਹੋਏ, ਬਿਨ ਨਾਵੈ ਦੁਖੀਆ ਚੱਲਿਆ ਰੋਏ। ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਗਿਆਨ ਸਮਝੇ ਤੋਂ ਬਿਨਾਂ ਜਿਹਬਾ ਤਾਂ ਹੀ ਸਗੋਂ ਸਰੀਰ ਅਤੇ ਮਨ ਵੀ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਫੀਕਾ ਹੋਏ, ਫਿੱਕੇ ਹੋ ਰਹੇ ਹਨ। ਬਿਨ ਬੂਝੇ ਤਨ ਮਨ ਫੀਕਾ ਹੋਏ। ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਗਿਆਨ ਸਮਝੇ ਤੋਂ ਬਿਨਾਂ ਜਿਹਬਾ ਤਾਂ ਕੀ ਸਗੋਂ ਤਨ ਸਰੀਰ ਅਤੇ ਮਨ ਵੀ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਫਿੱਕੇ ਹੋ ਰਹੇ ਹਨ। ਇਸ ਪ੍ਰਕਾਰ ਨਾਮ ਤੋਂ ਬਗੈਰ ਬਿਨ ਨਾਵੈ ਦੁਖੀਆ ਚੱਲਿਆ ਰੋਏ। ਇਸ ਪ੍ਰਕਾਰ ਨਾਮ ਤੋਂ ਬਗੈਰ ਜੀਵ ਪਰਲੋਕ ਨੂੰ ਦੁਖੀ ਹੋ ਕੇ ਰੋ ਰੋ ਕੇ ਚਲਿਆ ਜਾਂਦਾ ਹੈ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਈ, ਰਸਨਾ ਹਰ ਰਸ ਚਾਖਿਆ ਸਹਿਜ ਸੁਭਾਈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੀ ਰਸਨਾ ਨੇ ਪ੍ਰੇਮ ਰਸ ਨੂੰ ਸ਼ਾਂਤੀ ਸੁਭਾਅ ਧਾਰ ਕੇ ਸੁਤੇ ਸਿੱਧ ਚੱਖਿਆ ਹੈ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ। ਜਿਨ੍ਹਾਂ ਦੀ ਰਸਨਾ ਨੇ, ਜਿਨ੍ਹਾਂ ਦੀ ਜਿਹਬਾ ਨੇ ਹਰੀ ਦੇ ਪ੍ਰੇਮ ਰਸ ਨੂੰ ਸ਼ਾਂਤੀ ਸੁਭਾਅ ਧਾਰ ਕੇ ਸੁਤੇ ਸਿੱਧ ਚੱਖਿਆ ਹੈ। ਗੁਰ ਕਿਰਪਾ ਤੇ ਸੱਚ ਸਮਾਏ। ਉਹਨਾਂ ਉੱਤੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹ ਸੱਚੇ ਸਰੂਪ ਵਿੱਚ ਸਮਾ ਜਾਂਦੇ ਹਨ। ਸੱਚੇ ਰਾਤੀ ਗੁਰ ਸ਼ਬਦਿ ਵਿਚਾਰ। ਜਿਨ੍ਹਾਂ ਦੀ ਜ਼ੁਬਾਨ, ਜਿਨ੍ਹਾਂ ਦੀ ਜਿਹਬਾ ਸੱਚੇ ਨਾਮ ਵਿੱਚ ਰਾਤੀ ਰੱਤੀ ਹੋਈ ਹੈ, ਉਹਨਾਂ ਨੂੰ ਗੁਰ ਸ਼ਬਦ ਵਿਚਾਰ, ਗੁਰਾਂ ਦੁਆਰਾ ਸ਼ਬਦ ਬ੍ਰਹਮ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਪੀਵੈ ਨਿਰਮਲ ਧਾਰ। ਉਹਨਾਂ ਦੀ ਰਸਨਾ ਅੰਮ੍ਰਿਤ ਨਾਮ ਦੀ ਨਿਰਮਲ ਧਾਰਾ ਨੂੰ ਪੀਂਦੀ ਹੈ। ਹਰ ਵਕਤ ਉਹਨਾਂ ਦੀ ਸੁਰਤ ਅੰਮ੍ਰਿਤ ਰੂਪੀ ਨਾਮ ਨੂੰ ਪੀਂਦੀ ਹੈ। ਜਿਨ੍ਹਾਂ ਦੀ ਜ਼ੁਬਾਨ ਸੱਚੇ ਨਾਮ ਵਿੱਚ ਰੱਤੀ ਹੋਈ ਹੈ, ਉਹਨਾਂ ਨੂੰ ਗੁਰਾਂ ਦੁਆਰਾ ਬ੍ਰਹਮ ਦੀ ਵਿਚਾਰ ਪ੍ਰਾਪਤ ਹੋਈ ਹੈ। ਅਤੇ ਜਿਨ੍ਹਾਂ ਨੂੰ ਬ੍ਰਹਮ ਦੀ ਵਿਚਾਰ ਪ੍ਰਾਪਤ ਹੋਈ ਹੈ, ਉਹਨਾਂ ਦੀ ਰਸਨਾ ਅੰਮ੍ਰਿਤ ਨਾਮ ਦੀ ਨਿਰਮਲ ਧਾਰਾ ਪੀਂਦੀ ਹੈ। ਹਰ ਵਕਤ ਉਹਨਾਂ ਦੀ ਸੁਰਤ ਅੰਮ੍ਰਿਤ ਰੂਪੀ ਨਾਮ ਨੂੰ ਪੀਂਦੀ ਹੈ। ਉਹਨਾਂ ਦੇ ਅੰਦਰ ਉਜਲ ਇੱਕ ਰਾਸ ਬ੍ਰਹਮਾਕਾਰ ਬਿਰਤੀ ਹੋਣ ਰੂਪ ਲਾਲਚ ਤੋਂ ਰਹਿਤ ਨਾਮ ਦਾ ਪ੍ਰਵਾਹ ਪੈਂਦਾ ਹੈ। ਨਾਮ ਸਮਾਵੈ ਜੋ ਭਾਂਡਾ ਹੋਏ। ਨਾਮ ਸਮਾਵੈ ਜੋ ਭਾਂਡਾ ਹੋਏ। ਹੈ ਭਾਈ, ਜਿਹੜਾ ਭਾਂਡਾ, ਜਿਹੜਾ ਪਾਤਰ ਭਾਵ ਜਿਹੜਾ ਅਧਿਕਾਰੀ ਹੋਵੇ, ਉਸ ਦੇ ਹਿਰਦੇ ਵਿੱਚ ਨਾਮ ਸਮਾਉਂਦਾ ਹੈ। ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਤੋਂ ਬਿਨਾਂ ਹੋਰ ਕਿਸੇ ਵੀ ਧਾਤ ਦੇ ਭਾਂਡੇ ਵਿੱਚ ਚੋਈਏ ਤਾਂ ਸਾਰਿਆਂ ਵਿੱਚੋਂ ਛੇਕ ਕਰਕੇ ਨਿਕਲ ਜਾਂਦਾ ਹੈ। ਅਮਰੀਕਾ ਵਾਲਿਆਂ ਨੇ ਸ਼ੇਰਨੀ ਦਾ ਦੁੱਧ ਮਸ਼ੀਨਾਂ ਨਾਲ ਚੋ ਕੇ ਵੇਖਿਆ, ਉਹ ਸੋਨੇ ਦੇ ਭਾਂਡੇ ਤੋਂ ਬਗੈਰ ਕਿਸੇ ਵਿੱਚ ਵੀ ਨਹੀਂ ਟਿਕਿਆ। ਇਸੇ ਪ੍ਰਕਾਰ ਪਰਮੇਸ਼ਰ ਦਾ ਨਾਮ ਸ਼ੇਰਨੀ ਦੇ ਦੁੱਧ ਦੀ ਨਿਆਈ ਕਿਸੇ ਤੋਂ ਹਿਰਦੇ ਵਿੱਚ ਟਿਕਾਇਆ ਨਹੀਂ ਜਾਂਦਾ। ਜਿਹੜਾ ਹਿਰਦੇ ਰੂਪੀ ਭਾਂਡਾ, ਹਿਰਦੇ ਰੂਪੀ ਪਾਤਰ ਸੋਨੇ ਦੀ ਨਿਆਈ ਸ਼ੁੱਧ ਚਿੱਤ ਹੋਵੇ, ਉਸ ਦੇ ਵਿੱਚ ਹੀ ਪਵਿੱਤਰ ਨਾਮ ਟਿਕਦਾ ਹੈ।
ਬਾਕੀ ਨੇ ਨਹੀਂ ਟਿਕਾ ਸਕਦੇ, ਬਾਕੀ ਦੇ ਨਹੀਂ ਟਿਕਾ ਸਕਦੇ। ਝੱਟ ਹੀ ਮਨ ਹੋਰ ਪਾਸੇ ਲੱਗ ਜਾਂਦਾ ਹੈ ਜਦੋਂ ਇਹ ਜੀਵ ਨਾਮ ਜਪਣ ਲੱਗ ਜਾਂਦਾ ਹੈ ਕਿ ਟਿਕਦਾ ਨਹੀਂ। ਊਂਧੈ ਭਾਂਡੈ ਟਿਕੈ ਨਾ ਕੋਏ। ਗੁਰੂ ਜੀ ਕਥਨ ਕਰਦੇ ਹਨ ਕਿ ਜਿਹੜਾ ਭਾਂਡਾ ਊਂਧੈ ਮੁੱਧਾ ਹੋਵੇ, ਪੁੱਠਾ ਹੋਵੇ, ਭਾਵੇਂ ਉਸ ਵਿੱਚ 100 ਗਊਆਂ ਦਾ ਦੁੱਧ ਚੋ ਕੇ ਪਾਈ ਜਾਈਏ, ਇੱਕ ਬੂੰਦ ਵੀ ਨਹੀਂ ਟਿਕਦੀ ਮੁੱਧੇ ਭਾਂਡੇ ਵਿੱਚ। ਕਿ ਊਂਧੈ ਭਾਂਡਾ ਟਿਕੈ ਨਾ ਕੋਏ। ਗੁਰੂ ਜੀ ਕਥਨ ਕਰਦੇ ਹਨ ਕਿ ਜਿਹੜਾ ਭਾਂਡਾ ਊਂਧੈ ਮੁੱਧਾ ਹੋਵੇ, ਭਾਵੇਂ ਉਸ ਵਿੱਚ 100 ਗਊਆਂ ਦਾ ਦੁੱਧ ਚੋ ਕੇ ਪਾਈ ਜਾਈਏ, ਇੱਕ ਬੂੰਦ ਵੀ ਊਂਧੇ ਭਾਂਡੇ ਵਿੱਚ, ਪੁੱਠੇ ਭਾਂਡੇ ਵਿੱਚ ਨਹੀਂ ਟਿਕਦੀ। ਇਸੇ ਪ੍ਰਕਾਰ ਜਿਹੜਾ ਮਨ ਪਰਮੇਸ਼ਰ ਤੋਂ ਊਂਧੈ ਮੁੱਧਾ ਭਾਵ ਬੇਮੁਖ ਹੈ, ਉਸ ਮਨ ਰੂਪੀ ਭਾਂਡੇ ਵਿੱਚ ਵੇਦ ਸ਼ਾਸਤਰ ਦਾ ਉਪਦੇਸ਼ ਟਿਕਦਾ ਨਹੀਂ। ਭਾਵੇਂ ਵੇਦ ਸ਼ਾਸਤਰ ਸੁਰਤੀਆਂ ਸਿਮਰਤੀਆਂ ਰੂਪ ਸੈਂਕੜੇ ਗਊਆਂ ਚੋ ਲਈਏ, ਗੁਰ ਸ਼ਬਦੀ ਮਨ ਨਾਮ ਨਿਵਾਸ। ਗੁਰ ਸ਼ਬਦੀ ਮਨ ਨਾਮ ਨਿਵਾਸ। ਜਿਹੜਾ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਨਾਮ ਦੀ ਕਮਾਈ ਕਰੇ, ਉਸ ਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੁੰਦਾ ਹੈ। ਗੁਰ ਸ਼ਬਦੀ ਜਿਹੜਾ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰੇ, ਨਾਮ ਦੀ ਕਮਾਈ ਕਰੇ, ਮਨ ਨਾਮ ਨਿਵਾਸ, ਉਸ ਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੁੰਦਾ ਹੈ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਸੱਚਾ ਭਾਂਡਾ, ਉਹ ਸੱਚਾ ਪਾਤਰ ਹੈ ਜਿਸ ਨੂੰ ਪਰਮੇਸ਼ਰ ਦੇ ਨਾਮ ਜਪਣ ਦੀ ਪਿਆਸ ਭਾਵ ਇੱਛਾ ਲੱਗੀ ਹੋਈ ਹੈ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਸੱਚਾ ਭਾਂਡਾ ਹੈ, ਉਹ ਸੱਚਾ ਪਾਤਰ ਹੈ ਜਿਸ ਨੂੰ ਪਰਮੇਸ਼ਰ ਦੇ ਨਾਮ ਜਪਣ ਦੀ ਪਿਆਸ ਲੱਗੀ ਹੋਈ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵੇ ਬਿਰਥਾ ਜਾਏ। ਗਾਵਣ ਗਾਵਹਿ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੈ ਜੇ ਸਤਿਗੁਰ ਭਾਵੈ, ਮਨ ਤਨ ਰਾਤਾ ਨਾਮ ਸੁਹਾਵੈ ਰਹਾਉ। ਇੱਕ ਗਾਵੇ ਇੱਕ ਭਗਤ ਕਰੇ, ਨਾਮ ਨਾ ਪਾਵੇ ਬਿਨ ਅਸਨੇਹ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰਾਖਿਆ ਸਦਾ ਉਰ ਧਾਰ। ਭਗਤ ਕਰੇ ਮੂਰਖ ਆਪ ਜਣਾਵੇ, ਨਚ ਨਚ ਟੱਪੇ ਬਹੁਤ ਦੁੱਖ ਪਾਵੇ। ਨੱਚਿਆ ਟੱਪਿਆ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਸੋਏ। ਭਗਤ ਬਚਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਨਾਨਕ ਬਖਸ਼ੇ ਨਾਮ ਬਖਾਣੈ। ਮਹਾਰਾਜ ਜੀ ਗੁਰੂ ਅਮਰਦਾਸ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇਹਨਾਂ ਸ਼ਬਦਾਂ ਤੋਂ ਪਹਿਲਾਂ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਮਿਲਣ ਦਾ ਢੰਗ ਦੱਸਿਆ ਹੈ। ਮਹਾਰਾਜ ਜੀ ਇਸੇ ਪ੍ਰਕਰਨ ਦੇ ਨਾਲ ਸਮਝਾ ਰਹੇ ਹਨ ਤੀਜੇ ਪਾਤਸ਼ਾਹ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਕਿ ਇੱਕ ਗਵਈਏ ਲੋਕ ਨਾ ਮਰੀਆਂ ਢੋਲਕ ਨਾਲ, ਇੱਕ ਗਵਈਏ ਲੋਕ ਠਮਰੀਆਂ ਢੋਲਕ ਨਾਲ ਗਾਉਂਦੇ ਰਹਿੰਦੇ ਹਨ। ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਪਾਇਆ, ਭਾਵ ਉਹ ਖਾਲੀ ਰਹਿੰਦੇ ਹਨ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਕਿ ਇੱਕ ਗਵਈਏ ਲੋਕ ਢੋਲਕ ਬਾਜਾਂ ਨਾਲ ਗਾਉਂਦੇ ਰਹਿੰਦੇ ਹਨ, ਉਹਨਾਂ ਨੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਪਾਇਆ, ਭਾਵ ਉਹ ਖਾਲੀ ਰਹਿੰਦੇ ਹਨ। ਹਉਮੈ ਵਿੱਚ ਗਾਵੇ ਬਿਰਥਾ ਜਾਏ, ਆਪਣੀ ਸੁਰ ਨੂੰ ਚੰਗੀ ਵੇਖ ਵੇਖ
ਹਉਮੈ ਵਿੱਚ ਗਾਉਂਦੇ ਹਨ, ਹੰਕਾਰ ਵਿੱਚ ਗਾਉਂਦੇ ਹਨ ਕਿ ਮੈਂ ਬੜਾ ਸੋਹਣਾ ਗਾਉਂਦਾ ਹਾਂ। ਇਸ ਕਰਕੇ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੁੰਦੇ। ਉਹਨਾਂ ਦਾ ਗਾਇਆ ਬੇਅਰਥ ਨਿਸਫਲਾ ਹੀ ਚਲਿਆ ਜਾਂਦਾ ਹੈ। ਹਉਮੈ ਵਿੱਚ ਗਾਵੇ ਬਿਰਥਾ ਜਾਏ, ਆਪਣੀ ਸੁਰ ਨੂੰ ਚੰਗੀ ਵੇਖ ਵੇਖ ਹਉਮੈ ਵਿੱਚ ਗਾਉਂਦੇ ਹਨ। ਇਸ ਕਰਕੇ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੁੰਦੇ। ਉਹਨਾਂ ਦਾ ਗਾਇਆ ਬੇਅਰਥ ਹੀ ਜਾਂਦਾ ਹੈ। ਗਾਵਣ ਗਾਵਹਿ ਜਿਨ ਨਾਮ ਪਿਆਰ, ਗਾਵਣ ਗਾਵਹਿ ਜਿਨ ਨਾਮ ਪਿਆਰ ਹੈ। ਭਾਈ ਅਸਲ ਗਾਵਣ ਗਾਉਣਾ ਉਹ ਗਾਉਂਦੇ ਹਨ। ਉਹਨਾਂ ਦਾ ਗਾਉਣਾ, ਗਾਉਣ ਵਾਲਿਆਂ ਦਾ ਗਾਉਣਾ ਸਫਲ ਹੈ। ਜਿਨ ਨਾਮ ਪਿਆਰ, ਜਿਨ੍ਹਾਂ ਦਾ ਨਾਮ ਦੇ ਨਾਲ ਪ੍ਰੇਮ ਹੈ, ਪਿਆਰ ਹੈ, ਉਹਨਾਂ ਦਾ ਗਾਉਣਾ ਹੋਇਆ ਸਫਲਾ ਹੈ। ਸਾਚੀ ਬਾਣੀ ਸ਼ਬਦ ਵਿਚਾਰ, ਗੁਰਾਂ ਦੀ ਸੱਚੀ ਬਾਣੀ ਦੁਆਰਾ ਸ਼ਬਦ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰਦੇ ਹਨ ਕਿ ਉਹਨਾਂ ਦਾ ਗਾਇਆ ਹੋਇਆ ਸਫਲਾ ਹੈ। ਗਾਵਤ ਰਹਿ ਜੇ ਸਤਿਗੁਰ ਭਾਵੈ, ਉਹ ਹਰ ਵਕਤ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹੀ ਰਹਿੰਦੇ ਹਨ। ਜੇ ਸਤਿਗੁਰ ਭਾਵੈ, ਜੋ ਸਤਿਗੁਰੂ ਜੀ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ, ਉਹ ਹਰ ਵਕਤ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹੀ ਰਹਿੰਦੇ ਹਨ। ਤਨ ਮਨ ਰਾਤਾ ਨਾਮ ਸੁਹਾਵੈ ਰਹਾਉ, ਉਹਨਾਂ ਦਾ ਮਨ ਤਨ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ। ਨਾਮ ਜਪਣੇ ਕਰਕੇ ਹੀ ਉਹ ਲੋਕ ਪਰਲੋਕ ਵਿੱਚ ਸੋਭਨੀਕ ਹੁੰਦੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਇੱਕ ਗਾਵੇ ਇੱਕ ਭਗਤ ਕਰੇ। ਇੱਕ ਕਈ ਲੋਕ ਗਵਈਏ ਬਣ ਕੇ ਗਾਉਂਦੇ ਹਨ, ਕਈ ਲੋਕ ਨਿਰਤਕਾਰੀ ਦੀ ਭਗਤੀ ਕਰਦੇ ਹਨ, ਕਈ ਲੋਕਾਂ ਨੇ ਨੱਚਣ ਨੂੰ ਭਗਤੀ ਸਮਝਿਆ ਹੈ, ਕਈ ਨਾਚੇ ਬਣ ਕੇ ਮੋਰਾਂ ਵਾਂਗੂ ਪਹਿਲਾਂ ਪਾਉਂਦੇ ਹਨ। ਪਰ ਮਹਾਰਾਜ ਜੀ ਕਹਿਣ ਲੱਗੇ, ਨਾਮ ਨਾ ਪਾਵੇ ਬਿਨ ਅਸਨੇਹ, ਉਹ ਵਾਹਿਗੁਰੂ ਦੇ ਅਸਨੇਹ ਪ੍ਰੇਮ ਤੋਂ ਬਿਨਾਂ ਨਾਮ ਨੂੰ ਨਹੀਂ ਪਾ ਸਕਦੇ। ਭਾਵੇਂ ਕਿਤਨੇ ਵੱਡੇ ਗਵਈਏ ਹੋਣ, ਨਿਰਤਕਾਰੀ ਕਰਨ ਦੀ ਭਗਤੀ ਕਰਦੇ ਹੋਣ, ਰਾਸ ਆਦਿਕ ਨੂੰ ਪਾਉਣ ਵਾਲੇ ਹੋਣ, ਪਰ ਉਹ ਵਿਸ਼ੇਸ਼ ਕਰਕੇ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਹੀ ਹਨ। ਸੱਚੀ ਭਗਤ ਗੁਰ ਸ਼ਬਦ ਪਿਆਰ, ਹੈ ਭਾਈ ਉਹਨਾਂ ਗੁਰਮੁਖਾਂ ਦੀ ਸੱਚੀ ਭਗਤੀ ਹੈ ਜੋ ਗੁਰੂ ਦੇ ਉਪਦੇਸ਼ ਨਾਲ ਪਿਆਰ ਕਰਦੇ ਹਨ ਅਤੇ ਆਪਣਾ ਪਿਰ ਰਾਖਿਆ ਸਦਾ ਉਰ ਧਾਰ। ਜਿਨ੍ਹਾਂ ਨੇ ਆਪਣਾ ਪਿਰ ਰਾਖਿਆ ਸਦਾ ਉਰ ਧਾਰ, ਜਿਨ੍ਹਾਂ ਨੇ ਆਪਣਾ ਜਾਣ ਕੇ ਪਿਰ ਪਤੀ ਪਰਮੇਸ਼ਰ ਨੂੰ ਹਮੇਸ਼ਾ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਹੈ। ਭਗਤ ਕਰੇ ਮੂਰਖ ਆਪ ਜਣਾਵਹਿ, ਜਿਹੜੇ ਆਪਣੇ ਆਪ ਨੂੰ ਜਣਾਉਂਦੇ ਹਨ ਕਿ ਅਸੀਂ ਰਾਸ ਪਾਉਣ ਰੂਪੀ ਭਗਤ ਭਗਤੀ ਕਰਦੇ ਹਾਂ, ਉਹ ਮੂਰਖ ਬੇਸਮਝ ਹਨ ਅਤੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵਹਿ। ਉਹ ਨੱਚ ਨੱਚ ਕੇ ਟੱਪਦੇ ਹਨ, ਭਾਵੇਂ ਛਾਲਾਂ ਮਾਰਦੇ ਹਨ, ਉਤਾਂਹ ਨੂੰ ਟੱਪਦੇ ਹਨ, ਇਉਂ ਨੱਚਣ ਟੱਪਣ ਕਰਕੇ ਬਹੁਤ ਦੁੱਖ ਪ੍ਰਾਪਤ ਕਰਦੇ ਹਨ। ਜੰਮਣ ਮਰਨ ਦਾ ਬਹੁਤਾ ਦੁੱਖ ਪਾਉਂਦੇ ਹਨ। ਨੱਚਿਆ ਟੱਪਿਆ ਭਗਤ ਨਾ ਹੋਏ, ਨਚਾਰਾਂ ਵਾਂਗੂ ਨਾਚੇ ਬਣ ਕੇ ਨੱਚਣ ਨਾਲ, ਪਚਾਦਿਆਂ ਵਾਂਗੂ ਟਪੂਸੀਆਂ ਮਾਰਨ ਕਰਕੇ, ਲੁੱਡੀ ਪਾਉਣੇ ਕਰਕੇ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਭਾਵ ਨੱਚਣ ਟੱਪਣ ਆਦਿਕ ਦਾ ਨਾਮ ਭਗਤੀ ਨਹੀਂ ਹੈ। ਸ਼ਬਦ ਮਰੈ ਭਗਤ ਪਾਏ ਜਨ ਸੋਏ, ਜਿਹੜੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਜਾਣ, ਉਹ ਪੁਰਖ ਪਰਮੇਸ਼ਰ ਦੀ ਭਗਤੀ ਨੂੰ ਪਾ ਲੈਂਦੇ ਹਨ। ਸ਼ਬਦ ਮਰੈ ਭਗਤ ਪਾਏ ਜਨ ਸੋਏ, ਕਿ ਭਗਤ ਤੱਤੇ ਨੂੰ ਹੁਸ਼ਿਆਰੀ ਹੋਣ ਕਰਕੇ ਭਗਤੀ ਦਾ ਭਾਵ ਹੈ ਜਿਹੜੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ
ਮਰ ਜਾਣ। ਉਹ ਪੁਰਖ ਪਰਮੇਸ਼ਰ ਦੀ ਭਗਤੀ ਨੂੰ ਪਾ ਲੈਂਦੇ ਹਨ। ਭਗਤ ਬਚਲ ਭਗਤ ਕਰਾਏ ਸੋਏ। ਭਗਤੀ ਕਰਨ ਵਾਲੇ ਭਗਤਾਂ ਦਾ ਬਚਲ ਪਿਆਰਾ ਪਰਮੇਸ਼ਰ ਗੁਰਾਂ ਦੁਆਰਾ ਜਿਨ੍ਹਾਂ ਤੋਂ ਭਗਤੀ ਕਰਾਉਂਦਾ ਹੈ, ਉਹ ਪੁਰਖ ਹੀ ਭਗਤੀ ਕਰਦੇ ਹਨ। ਹੇ ਸਤਿਗੁਰੂ ਜੀ, ਭਗਤੀ ਦਾ ਲੱਛਣ ਦੱਸੋ, ਕਿਸ ਨੂੰ ਭਗਤੀ ਕਹਿੰਦੇ ਹਨ? ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਸੱਚੀ ਭਗਤ ਵਿੱਚੋਂ ਆਪ ਖੋਏ। ਹੇ ਭਾਈ, ਜਿਹੜਾ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਦੇ ਅਭਿਮਾਨ ਨੂੰ ਖੋ ਦੇਣਾ, ਭਾਵ ਦੇ ਅਭਿਮਾਨ ਮਾਰ ਲੈਣਾ, ਇਹੋ ਹੀ ਸੱਚੀ ਭਗਤੀ ਹੈ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਕਿ ਮੇਰਾ ਸੱਚਾ ਅਕਾਲ ਪੁਰਖ ਸਾਰੀਆਂ ਵਿਧੀਆਂ ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ। ਨਾਨਕ ਬਖਸ਼ੇ ਨਾਮ ਪਛਾਣੈ। ਗੁਰੂ ਜੀ ਕਥਨ ਕਰਦੇ ਹਨ, ਜਿਹੜੇ ਗੁਰਾਂ ਦੁਆਰਾ ਨਾਮ ਦੀ ਪਹਿਚਾਣ ਕਰਦੇ ਹਨ, ਉਹਨਾਂ ਨੂੰ ਵਾਹਿਗੁਰੂ ਬਖਸ਼ ਲੈਂਦਾ ਹੈ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਨਾਨਕ ਬਖਸ਼ੇ ਨਾਮ ਪਛਾਣੈ, ਕਿ ਮੇਰਾ ਸੱਚਾ ਪ੍ਰਭੂ ਅਕਾਲ ਪੁਰਖ ਸਾਰੀਆਂ ਵਿਧੀਆਂ ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ। ਕਿ ਗੁਰੂ ਜੀ ਕਥਨ ਕਰਦੇ ਹਨ, ਜਿਹੜੇ ਗੁਰਾਂ ਦੁਆਰਾ ਨਾਮ ਨੂੰ ਨਾਮ ਦੀ ਪਹਿਚਾਣ ਕਰਦੇ ਹਨ, ਉਹਨਾਂ ਨੂੰ ਵਾਹਿਗੁਰੂ ਬਖਸ਼ ਲੈਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ